ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 10ਵਾਂ ਕਾਂਡ। ਜਿਸ ਤਰ੍ਹਾਂ ਉਹ ਲਾਲੋ ਦੇ ਪਿੰਡ ਨੂੰ ਛੱਡ ਕੇ ਨਿਕਲਿਆ ਸੀ, ਉਸ ਤਰ੍ਹਾਂ ਤਾਂ ਹੁਣ ਬਿਲਕੁਲ ਨਹੀਂ ਸੀ। ਸਭ ਕੁਝ ਆਪਣੀ ਲੈਅ 'ਚ ਜਾਪਦਾ ਸੀ। ਉਹਨੂੰ ਵੇਖ ਕੇ ਕਿਸੇ ਨੇ ਹੈਰਾਨੀ ਨਾਲ ਨਹੀਂ ਸੀ ਪੁੱਛਿਆ, ਹੁਣ ਕਿਉਂ ਆਇਆ ਹੈ? ਪਿੰਡ 'ਚ ਉਸੇ ਤਰ੍ਹਾਂ ਹੀ ਜੁਲਾਹਿਆਂ ਦੀ ਗਲੀ 'ਚ ਤਾਣੇ ਸੁੱਕ ਰਹੇ ਸਨ, ਚੱਕਾਂ 'ਤੇ ਭਾਂਡੇ ਬਣ ਰਹੇ ਸਨ, ਕਿਸਾਨਾਂ ਦੇ ਹਲ ਵਗ ਰਹੇ ਸਨ, ਝਿਓਰਾਂ ਹੱਥੋਂ ਟੋਕਰੀਆਂ ਬਣ ਰਹੀਆਂ ਸਨ, ਲਲਾਰੀਆਂ ਦਾ ਹੁਨਰ ਰੱਸਿਆਂ ਉੱਤੇ ਸੁੱਕ ਰਿਹਾ ਸੀ। ਤਲਵੰਡੀ ਦੇ ਵਿਛੋੜੇ ਨਾਲ ਜੋ ਕੰਬਣੀ ਤੁਰੀ ਸੀ, ਹੁਣ ਜਗਿਆਸਾ ਨੇ ਸਾਂਭ ਲਈ ਸੀ। ਲਾਲੋ ਦੀ ਦੇਹਲੀ ਉੱਤੇ ਉਸ ਦਿਨ ਦੀਆਂ ਘੂਰਦੀਆਂ ਅੱਖਾਂ ਦੀ ਝਾਕ ਕਿਧਰੇ ਨਾ ਦਿਸੀ। ਮਰਦਾਨੇ ਨੂੰ ਜਾਪੇ ਉਹਦੇ ਅੰਦਰਲਾ ਸਰੋਤਾ ਪਹਿਲਾਂ ਹੀ ਲਾਲੋ ਦੀ ਦੇਹਲੀ ਟੱਪ ਚੁੱਕਿਆ ਸੀ। ਇਹ ਮਾਨਵ ਕਲਿਆਣ ਦੇ ਤਰਾਨੇ ਸੁਣਨ ਵੇਲੇ ਇਹ ਸਰੋਤਾ ਕਿਸੇ ਦੀ ਨਹੀਂ ਸੁਣਦਾ। ਬਾਬੇ ਦੀ ਮਿੱਠੀ ਆਵਾਜ਼ ਉਹ ਤੋਂ ਪਹਿਲਾਂ ਬੋਲੀ ਤੇ ਉਹਦੇ ਪਿੱਛੇ ਉਹਨੂੰ ਆਪਣੀ ਆਵਾਜ਼ ਤੁਰਦੀ ਸੁਣੀ। ਸਜਾਦਾ ਰਜਾਦਾ ਖੇਡ ਰਹੇ ਸਨ ਮਰਦਾਨਿਆਂ। ਹਾਂ ਬਾਬਾ। ਅੰਮੀ ਅੱਬਾ ਦੀ ਰੂਹ ਰਾਜ਼ੀ ਏ? ਹਾਂ ਬਾਬਾ। ਇਹ ਰਾਜ਼ੀ ਖੁਸ਼ੀ ਦੌਲਤਾਂ ਕੋਲ ਪੁੱਜਦੀ ਰਾਈ ਘੁਮਿਆਰ ਕੋਲੋਂ ਲੰਘੀ, ਇੱਧਰ ਮਰਾਸੀਆਂ ਦੀ ਗਲੀ 'ਚ ਘੁੰਮੀ ਪੀਰਨ ਪਿੰਜੇ ਕੋਲੋਂ ਲੰਘੀ, ਰਾਏ ਬੁਲਾਰ ਦਾ ਸਵਾਸਥ ਪੁੱਛਦਿਆਂ ਸ਼ਾਮੇ ਪੰਡਤ ਤੇ ਰੁਕਮਦੀਨ ਕੋਲ ਜਾ ਪਹੁੰਚੀ। ਮਰਦਾਨੇ ਦਾ ਬੜਾ ਜੀ ਕੀਤਾ ਕਿਵੇਂ ਮਹਿਤੇ ਦੇ ਘਰ ਵੜਿਆ ਜਾਏ। ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਹੁਣ ਸੰਥਿਆ ਲੈਣ ਲੱਗ ਪਏ ਨੇ। ਇਸ ਵਾਰੀ ਵੀ ਮਰਦਾਨੇ ਨੂੰ ਆਪ ਹੀ ਅੱਗੇ ਤੁਰਨਾ ਪਿਆ। ਮਾਤਾ ਬਹੁਤ ਯਾਦ ਕਰਦੀ ਸੀ। ਛੋਟੀ ਮਾਤਾ ਨੇ ਅੱਖਾਂ ਭਰ ਲਈਆਂ ਸਨ। ਬਾਬਾ ਇੱਕ ਵਾਰੀ ਤਲਵੰਡੀ ਨਾ ਚੱਲੀਏ? ਅੱਜ ਲਾਲੋ ਦਾ ਪਿੰਡ ਵੀ ਪਿੱਛੇ ਰਹਿ ਗਿਆ ਸੀ। ਜਿੱਥੋਂ ਵਿਛੋੜਾ ਮੁੱਕਦਾ ਸੀ, ਉੱਥੋਂ ਹੀ ਕਿਉਂ ਸ਼ੁਰੂ ਹੋ ਜਾਣਾ ਹੈ? ਇੱਕ ਪੈਰ ਪਿੱਛੇ ਰਹਿ ਗਿਆ। ਸੈਦਪੁਰ ਵੀ ਲਾਲੋ ਦੇ ਵਿਛੋੜੇ ਨਾਲ ਹੀ ਯਾਦ ਆਇਆ, ਪਰ ਅੱਜ ਉਹਨੇ ਲਾਲੋ ਦਾ ਵਿਛੋੜਾ ਵੀ ਵੇਖਿਆ ਸੀ। ਬਾਬਾ ਤੈਨੂੰ ਯਾਦ ਕਰਨਾ ਕਦੇ ਨਾ ਭੁੱਲਾਂ। ਇਹ ਲਫ਼ਜ਼ ਸਨ ਜਿਨ੍ਹਾਂ ਨੇ ਵਿਛੋੜੇ ਦਾ ਨਵਾਂ ਚਿਹਰਾ ਬਣਾਇਆ ਸੀ। ਹੁਣ ਤਾਂ ਇਹ ਕਦੀ ਵੀ ਨਹੀਂ ਸੀ ਭੁੱਲਣਾ। ਕਦੇ ਕਦੇ ਮਰਦਾਨੇ ਨੂੰ ਜਾਪਦਾ ਉਹ ਆਪਣੇ ਹੀ ਵਿਛੋੜੇ ਨੂੰ ਲਾਲੋ 'ਚੋਂ ਜੀ ਰਿਹਾ ਹੈ। ਇਹ ਸਫ਼ਰਾਂ ਦੀ ਹੋਣੀ ਵਿਚਲੇ ਅਚੰਭੇ ਤਾਂ ਹਰ ਕਿਸੇ ਨਾਲ ਵਾਪਰ ਹੀ ਰਹੇ ਹੋਣਗੇ। ਥੋੜ੍ਹੀ ਦੇਰ ਪਹਿਲਾਂ ਰਸਤੇ 'ਚ ਜੋ ਆਮ ਲੋਕਾਂ ਦੀ ਭਰਮਾਰ ਸੀ, ਉਹਦੇ 'ਚ ਲੰਬੇ ਹਰੇ ਚੋਗਿਆਂ ਵਾਲੇ ਫਕੀਰ ਦਿਸਣ ਲੱਗ ਪਏ ਸਨ। ਮਾਤ ਭਾਸ਼ਾ 'ਚ ਅਰਬੀ ਫਾਰਸੀ ਦੇ ਮਿਲੇ ਜੁਲੇ ਸ਼ਬਦ ਸੁਣਨੇ ਸ਼ੁਰੂ ਹੋ ਗਏ ਸਨ। ਅੱਗੇ ਚੱਲਦੇ ਬਾਬੇ ਦੇ ਭਗਵਿਆਂ ਨੂੰ ਅੱਜ ਲਾਲੋ ਨੇ ਨਿਖਾਰ ਕੇ ਪਹਿਨਾਇਆ ਸੀ। ਭਗਵੇ ਰੰਗ ਦਾ ਇੱਕ ਵੱਖਰਾ ਹੀ ਜੋਬਨ ਤੁਰ ਰਿਹਾ ਸੀ। ਹਿੰਦੂ ਉੱਤੇ ਹੀ ਮਾਨ ਆ ਗਿਆ, ਇਹ ਕਹਿਣ ਵਾਲਾ ਕਹਿ ਕੇ ਅੱਗੇ ਲੰਘ ਗਿਆ। ਉਹ ਸ਼ਾਇਦ ਇਹ ਭੁਲੇਖਾ ਲੈ ਕੇ ਹੋਰ ਤੇਜ਼ ਤੁਰਨ ਲੱਗਾ ਕਿ ਕਹਿਣ ਵਾਲੀ ਗੱਲ ਦਾ ਅਸਰ ਹੋ ਗਿਆ, ਪਰ ਮਰਦਾਨਾ ਆਪਣੀਆਂ ਯਾਦਾਂ ਨਾਲ ਪਿੱਛੇ ਮੁੜਿਆ। ਇਸ ਮੇਲ 'ਚ ਕਿੱਥੇ ਅਸੁਮੇਲ ਹੈ, ਜਿਸ ਕਰਕੇ ਇਹ ਸਵਾਲ ਉਪਜਿਆ ਸੀ, ਇਹ ਮੈਥੋਂ ਹੀ ਕਿਤੇ ਤਰਤੀਬ 'ਚ ਕੋਈ ਚੁੱਕ ਤਾਂ ਨਹੀਂ ਹੋਈ? ਆਪਣੇ ਹਰੇ ਪਹਿਰਾਵੇ ਵੱਲ ਵੇਖਿਆ। ਇਹ ਦੋ ਰੰਗਾਂ 'ਚ ਸਮਾਉਣ ਲਈ ਕਿਤੇ ਮੈਂ ਵੱਖਰਾ ਤਾਂ ਨਹੀਂ ਦਿਸ ਰਿਹਾ? ਉਹ ਕਦੇ ਸਾਹਮਣੇ ਬਾਬੇ ਦਾ ਭਗਵਾਂ ਵੇਖਦਾ, ਕਦੇ ਆਪਣੇ ਚੋਗੇ ਦਾ ਹਰਾਪਣ ਵੇਖਦਾ, ਕਦੇ ਚੁਫੇਰੇ ਬਿਰਖਾਂ ਦੀ ਫੈਲੀ ਹਰਿਆਲੀ ਵੇਖਦਾ, ਕਦੇ ਭੋਏ 'ਤੇ ਵਿਛੀ ਘਾਹ ਦੀ ਹਰਿਆਲੀ ਵੇਖਦਾ। ਹਰੇ ਦੀ ਧਿਰ ਬਹੁਤ ਵੱਡੀ ਸੀ। ਫਿਰ ਉਹਦੀ ਨਜ਼ਰ ਚੁਫੇਰੇ ਫੈਲੀ ਹਰਿਆਲੀ ਦੇ ਤਣਿਆਂ ਉੱਪਰ ਗਈ। ਤਣਿਆਂ ਦੀ ਆਪਣੀ ਰੰਗਤ ਸੀ। ਕੋਈ ਵੀ ਰੰਗ ਸੀ, ਸ਼ਾਇਦ ਮਿੱਟੀ ਰੰਗੇ ਦੇ ਨੇੜੇ ਤੇੜੇ ਸੀ। ਬਾਬੇ ਦੇ ਵੀ ਸਭ ਪਹਿਰਾਵੇ ਅਖੀਰਲੇ ਦਿਨਾਂ 'ਚ ਮਿੱਟੀ ਰੰਗੇ ਹੀ ਤਾਂ ਹੋ ਜਾਂਦੇ ਨੇ। ਬਾਬੇ ਨੂੰ ਵੀ ਤਾਂ ਕੋਈ ਰੰਗ ਪਹਿਨਾਓ, ਅਖੀਰਲੇ ਦਿਨਾਂ 'ਚ ਉਹਦੇ ਸਭ ਪਹਿਰਾਵੇ ਮਿੱਟੀ ਰੰਗੇ ਹੋ ਕੇ ਹੀ ਉਤਰੇ ਸਨ। ਕਦੇ ਕਦੇ ਮਰਦਾਨੇ ਨੂੰ ਜਾਪਦਾ ਉਹਨੇ ਕੁਦਰਤ ਨੂੰ ਬਹੁਤ ਕਾਹਲੀ ਨਾਲ ਵੇਖਿਆ ਸੀ। ਜਿਹਦੇ ਪਿੱਛੇ ਉਹ ਤੁਰ ਰਿਹਾ ਸੀ, ਉਹਨੇ ਤਾਂ ਰੰਗਾਂ ਦੇ ਵਖਰੇਵੇਂ ਦੀ ਕਦੇ ਗੱਲ ਨਹੀਂ ਕੀਤੀ। ਹਵਾ ਦੇ ਇੱਕ ਤੇਜ਼ ਬੁੱਲੇ ਨਾਲ ਚੁਫੇਰੇ ਫੈਲਿਆ ਹਰਾ ਰੰਗ ਗੂੰਜਿਆ। ਫਿਰ ਬੇਰੰਗ ਹਵਾ ਦੇ ਬੁੱਲੇ ਉਹਨੂੰ ਛੂਹ ਕੇ ਅੱਗੇ ਲੰਘ ਗਏ। ਪਿੱਛੇ ਰਹਿ ਗਈ ਹਲਕੀ ਹਲਕੀ ਹਵਾ ਦੀ ਗੂੰਜ ਵਿੱਚ ਬਾਬੇ ਦੇ ਇਹ ਬੋਲ ਸੁਣੇ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਅੱਗੇ ਕੋਈ ਪਿੰਡ ਸੀ ਜਿਹਨੂੰ ਦੋ ਪਹਾੜੀਆਂ ਵਿੱਚੋਂ ਦੀ ਵੇਖਿਆ ਜਾ ਸਕਦਾ ਸੀ, ਪਰ ਉਹ ਤੋਂ ਪਹਿਲਾਂ ਇੱਕ ਸੁੰਨਸਾਨ ਢਲਾਨ ਉੱਤੇ ਢੇਹੇ, ਗੰਧੀਲੇ, ਨੱਟ, ਕੀਕਣ, ਸਲੋਤਰਾ, ਮਾਂਗਲੂ ਤੇ ਧਾਣਕ ਕਬੀਲਿਆਂ ਦੇ ਛੋਟੇ ਛੋਟੇ ਮਾਜਰੇ ਸਨ। ਉਹਨਾਂ ਦੀ ਬੋਲੀ ਦੇ ਬਹੁਤੇ ਲਫ਼ਜ਼ ਭਾਵੇਂ ਸਮਝ ਨਹੀਂ ਸੀ ਆ ਰਹੇ, ਪਰ ਧੁਨਾਂ ਤੋਂ ਪਤਾ ਲੱਗਦਾ ਸੀ ਕਿ ਜ਼ਿਆਦਾ ਸ਼ਬਦ ਭੁੱਖ ਦੇ ਇਰਦ ਗਿਰਦ ਘੁੰਮ ਰਹੇ ਸਨ। ਆਪਣੇ ਵੱਲ ਆਉਂਦੇ ਦੋ ਫਕੀਰਾਂ ਨੂੰ ਸਭ ਕਬੀਲੇ ਹੈਰਾਨੀ ਨਾਲ ਵੇਖਣ ਲੱਗੇ। ਅੱਗੇ ਤਾਂ ਕਦੇ ਅਜਿਹੇ ਸਜੇ ਹੋਏ ਫਕੀਰ ਉਹਨਾਂ ਇੱਧਰ ਝੌਂਪੜੀਆਂ ਵੱਲ ਆਉਂਦੇ ਵੇਖੇ ਨਹੀਂ ਸਨ, ਪਰ ਉਸ ਤੋਂ ਪਹਿਲਾਂ ਮਰਦਾਨੇ ਨੇ ਇੱਕ ਅਨੋਖਾ ਨਜ਼ਾਰਾ ਵੇਖਿਆ।
ਰਸਤੇ ਦੇ ਐਨ ਵਿਚਕਾਰ ਇੱਕ ਅੱਧਾ ਨੰਗਾ ਬੰਦਾ ਬੈਠਾ ਸੀ। ਉਹਦੇ ਪੂਰੇ ਸਰੀਰ ਉੱਪਰ ਅਲੱਗ-ਅਲੱਗ ਕਿਸਮ ਦੇ ਪੰਛੀ ਬੈਠੇ ਸਨ। ਕੁਝ ਪੰਛੀ ਆਪਣੀ ਵਾਰੀ ਦੀ ਉਡੀਕ ਵਿੱਚ ਉਹਦੇ ਸਿਰ 'ਤੇ ਉੱਡ ਰਹੇ ਸਨ। ਬਿਲਕੁਲ ਉਹਦੇ ਸਾਹਮਣੇ ਇੱਕ ਬਿੱਲੀ ਬੈਠੀ ਸੀ। ਉਹ ਮਿਊਂ ਮਿਊਂ ਕਰਦੀ ਵੀ ਹੱਸਦੀ ਜਾਪਦੀ। ਕੁਝ ਦੂਰੀ 'ਤੇ ਬਾਬਾ ਚੁੱਪਚਾਪ ਉਹਦੇ ਸਾਹਮਣੇ ਜਾ ਬੈਠਾ। ਕਦੇ-ਕਦੇ ਜਦੋਂ ਉਸ ਬੰਦੇ ਦੀਆਂ ਅੱਖਾਂ ਨੰਗੀਆਂ ਹੁੰਦੀਆਂ ਤਾਂ ਉਹਨਾਂ 'ਚੋਂ ਵਗਦੇ ਅੱਥਰੂ ਦਿਸਦੇ। ਮੂੰਹ 'ਚ ਆਇਆ ਕੋਈ ਛੋਟਾ ਪੰਛੀ ਹੌਲੀ ਜਿਹੇ ਚੁੰਝ ਨਾਲ ਅੱਥਰੂ ਪੀ ਜਾਂਦਾ। ਫਿਰ ਬਾਬਾ ਹੌਲੀ ਜਿਹੇ ਉੱਠਿਆ, ਗੰਧੀਲੇ ਧਾਣਕਾਂ ਨਟਾਂ ਦੀਆਂ ਝੁੱਗੀਆਂ ਵੱਲ ਚੱਲ ਪਿਆ। ਸ਼ਾਮ ਵੇਲੇ ਜਦੋਂ ਵਾਪਸ ਮੁੜੇ, ਉਹ ਬੰਦਾ ਉੱਥੇ ਹੀ ਖੜ੍ਹਾ ਮਿਲਿਆ। ਇਸ ਵੇਲੇ ਪੰਛੀ ਦਰੱਖਤਾਂ ਉੱਤੇ ਬੈਠੇ ਸਨ। ਉਹਨੇ ਹੱਥ ਜੋੜੇ ਤੇ ਝੁਕਿਆ। ਜੇ ਮੈਂ ਸਿਜਦਾ ਕਰਦਾ ਤਾਂ ਪੰਛੀ ਉੱਡ ਜਾਣੇ ਸਨ ਸਾਈਂ। ਜੋ ਤੇਰੇ ਉੱਤੇ ਬੈਠੇ ਸਨ ਉਹ ਸਭ ਸਿਜਦੇ ਹੀ ਸਨ। ਗੱਲ ਮੁੱਕ ਗਈ ਸੀ। ਦੋਵੇਂ ਆਮੋ ਸਾਹਮਣੇ ਖੜ੍ਹੇ ਰਹੇ। ਮੁੜ ਕੇ ਕੋਈ ਵੀ ਕੁਝ ਨਹੀਂ ਬੋਲਿਆ। ਲੰਬੇ ਘਾਹ ਦੇ ਚਿੱਟੇ ਮੁੰਬਲਾਂ ਥੱਲਿਓਂ ਨਿੰਮੀ-ਨਿੰਮੀ ਹਵਾ ਸਰਕ ਰਹੀ ਸੀ। ਨੇੜੇ ਕੋਈ ਉੱਪਲ ਖੱਤਰੀਆਂ ਦਾ ਪਿੰਡ ਆ ਰਿਹਾ ਸੀ। ਤਾਂ ਹੀ ਉੱਧਰੋਂ ਆਉਂਦੇ ਜਜ਼ਮਾਨਾਂ ਦੇ ਚਿੱਟੇ ਨਿਖਰੇ ਪਹਿਰਾਵੇ ਦੂਰੋਂ ਚਮਕ ਰਹੇ ਸਨ। ਢੇਕ ਕਬੀਲੇ ਦੀਆਂ ਤੀਵੀਆਂ ਬਾਕੀ ਬਚੇ ਛੱਜਾਂ ਨੂੰ ਸੰਭਾਲਦੀਆਂ ਪਿੱਛੇ ਰਹਿ ਗਏ ਮਜਾਰਿਆਂ ਵੱਲ ਮੁੜ ਆਈਆਂ ਸਨ। ਸਦਮੇ ਵਰਗੀ ਹਾਲਤ ਵਿੱਚ ਲੰਘਦੇ ਚਿਹਰਿਆਂ 'ਚੋਂ ਕਿਸੇ ਦੀ ਨਜ਼ਰ ਬਾਬੇ ਵੱਲ ਝੁਕਦੀ। ਪਿੰਡ ਦੇ ਟੋਭੇ ਤੋਂ ਜਾਣੀ ਪਛਾਣੀ ਗੰਧ ਆਈ, ਪਰ ਬਾਬਾ ਪਿੰਡ ਦੇ ਬਾਹਰ ਨਿਕਲਦੀ ਪਗਡੰਡੀ ਵੱਲ ਘੁੰਮ ਗਿਆ ਸੀ, ਜਿਹਨੇ ਇਕੱਲੀ ਖੜੀ ਪਹਾੜੀ ਦੇ ਉੱਪਰੋਂ ਟੱਪ ਕੇ ਲੰਘਣਾ ਸੀ। ਹਲਕੀ ਬੱਦਲਵਾਈ ਹੋਈ ਸੀ। ਮਰਦਾਨੇ ਨੇ ਪਹਾੜੀ ਉੱਤੇ ਖੰਮਣੀ ਵਾਂਗ ਲਿਪਟੀ ਸਤਰੰਗੀ ਪੀਂਘ ਬਣਦੀ ਵੇਖੀ, ਜਿਸ ਉੱਤੇ ਉੱਡਦੇ ਪੰਛੀ ਉਹਨਾਂ ਰੰਗਾਂ ਵਿੱਚ ਦੀ ਲੰਘਦੇ ਦਿਸਦੇ। ਜੇ ਹੁਣੇ ਕੁਝ ਦੇਰ ਪਹਿਲਾਂ ਉਹਨੇ ਦੋ ਨਜ਼ਰਾਂ ਦਾ ਮਿਲਣ ਨਾ ਵੇਖਿਆ ਹੁੰਦਾ ਤਾਂ ਉਹ ਜ਼ਰੂਰ ਉਸ ਪਹਾੜੀ ਵੱਲ ਮੂੰਹ ਕਰਕੇ ਰਬਾਬ ਵਜਾਉਂਦਾ, ਬਾਬੇ ਤੇ ਪੰਛੀਆਂ ਵਾਲੇ ਬੰਦੇ ਦੀ ਮਿਲਣੀ ਬਾਰੇ। ਪਰ ਉਹ ਤੱਕਣੀਆਂ ਤਾਂ ਧੁਨਾਂ ਨਾਲੋਂ ਵੀ ਸੁਰੀਲੀਆਂ ਸਨ। ਕਦੇ ਬਾਬੇ ਦੇ ਗੁੱਟ 'ਤੇ ਬੰਨ੍ਹਿਆ ਇੱਕ ਛੋਟਾ ਜਿਹਾ ਘੁੰਗਰੂ ਛਣਕਦਾ ਸੁਣਦਾ, ਜੋ ਨੱਟਾਂ ਦੇ ਬੱਚਿਆਂ ਨੇ ਬਾਬੇ ਨਾਲ ਖੇਡਦਿਆਂ ਬੰਨ੍ਹ ਦਿੱਤਾ ਸੀ। ਬਹੁਤ ਹੀ ਛੋਟਾ ਜਿਹਾ ਘੁੰਗਰੂ ਕਿਸੇ ਬਰੀਕ ਤੰਦ ਨਾਲ ਬੰਨ੍ਹਿਆ ਸੀ। ਹੁਣ ਉਹ ਖੜੀ ਪਹਾੜੀ ਦੀ ਚੋਟੀ 'ਤੇ ਪਹੁੰਚ ਕੇ ਥੱਲੇ ਵੱਲ ਉਤਰਨ ਲੱਗੇ। ਕਦੇ ਸਤਰੰਗੀ ਪੀਂਘ 'ਚੋਂ ਲੰਘੇ, ਪਤਾ ਹੀ ਨਹੀਂ ਲੱਗਿਆ। ਪਿੱਛੇ ਮੁੜ ਕੇ ਵੇਖਿਆ, ਰੰਗਾਂ ਦੀ ਚਮਕ ਉਸੇ ਤਰ੍ਹਾਂ ਹੀ ਸੀ, ਪਰ ਮਰਦਾਨੇ ਦੀਆਂ ਨਜ਼ਰਾਂ ਰੰਗਾਂ ਤੋਂ ਪਾਰ ਦੂਰ ਛੋਟੇ ਕਬੀਲਿਆਂ ਦੇ ਉਸ ਰਾਹ ਨੂੰ ਭਾਲਣ ਲੱਗੀਆਂ ਜਿੱਥੇ ਪੰਛੀਆਂ ਨੇ ਬੰਦੇ ਤੇ ਬਨਸਪਤੀ ਨੂੰ ਇੱਕੋ ਕਰਕੇ ਜਾਣਿਆ ਸੀ। ਬੜੇ ਸੰਘਣੇ ਬਿਰਛ ਸਨ, ਪਰ ਜੰਗਲ ਨਹੀਂ ਸੀ ਲੱਗ ਰਿਹਾ। ਪਗਡੰਡੀ ਤਣਿਆਂ ਕੋਲੋਂ ਖਹਿੰਦੀ ਬੂਹਿਆਂ ਕੌਲਿਆਂ ਦਾ ਭੁਲੇਖਾ ਪਾਉਂਦੀ। ਜਦ ਵੀ ਕਿਸੇ ਦਰਖਤ ਉੱਤੇ ਪੰਛੀ ਬੈਠਦਾ ਤਾਂ ਉਸ ਅੱਧ ਨੰਗੇ ਬੰਦੇ ਦਾ ਚਿਹਰਾ ਸਾਹਮਣੇ ਆ ਜਾਂਦਾ। ਨਜ਼ਰਾਂ ਤਾਂ ਪਹਿਲਾਂ ਵੀ ਪੀਰਾਂ ਫਕੀਰਾਂ ਨਾਲ ਮਿਲਦੀਆਂ ਵੇਖੀਆਂ ਸੀ। ਕਿਸੇ ਦੀ ਨਜ਼ਰ ਤਾਬ ਨਹੀਂ ਸੀ ਝੱਲਦੀ ਹੁੰਦੀ, ਕਿਸੇ ਦੀ ਨਜ਼ਰ ਖਿੱਚਦੀ ਜਾਪਦੀ, ਕਿਸੇ ਦੀ ਨਜ਼ਰ ਪੁੱਛਦੀ, ਕਿਉਂ ਵੇਖਿਆ ਮੇਰੇ ਵੱਲ? ਕਿਸੇ ਦੀ ਨਜ਼ਰ ਅਨੰਤ ਸਵਾਲਾਂ 'ਚ ਝਾਕਦੀ, ਕਿਸੇ ਦੀ ਨਜ਼ਰ ਕਹਿੰਦੀ, ਆ ਤੈਰ ਜਾ ਮੇਰੇ ਵਿੱਚੋਂ ਦੀ। ਤੇ ਅੱਜ ਦੋ ਨਜ਼ਰਾਂ ਦਾ ਸੰਗਮ ਵੇਖਿਆ। ਅਜਿਹੇ ਵੇਲੇ ਨਵੀਆਂ ਤਾਨਾਂ, ਬੰਦਿਸ਼ਾਂ, ਖਿਆਲਾਂ ਦੇ ਸੁਭਾਅ ਨਜ਼ਰਾਂ 'ਚ ਉਤਰਦੇ ਦਿਸੇ। ਅਜਿਹੀਆਂ ਮਿਲਣੀਆਂ ਤੋਂ ਬਾਅਦ ਉਹਨਾਂ ਦੀ ਗੂੰਜ ਬੜੀ ਦੇਰ ਤੱਕ ਸੁਣਦੀ ਰਹਿੰਦੀ ਹੈ। ਨਾ ਉਹ ਨੇੜੇ ਆਉਂਦੀ ਦਿਸਦੀ, ਨਾ ਹੀ ਦੂਰ ਜਾਂਦੀ ਦਿਸਦੀ ਹੈ। ਕੀ ਨਹੀਂ ਸਮਝ ਆਇਆ। ਦੁਬਾਰਾ ਉਹਨਾਂ ਨਜ਼ਰਾਂ ਨੂੰ ਮਿਲਦੇ ਵੇਖਣ ਲਈ ਅਚਵੀ ਜੀ ਲੱਗ ਜਾਂਦੀ। ਕਦੇ ਉਹ ਦ੍ਰਿਸ਼ ਧੁਨਾਂ 'ਚ ਉਤਰਦਾ ਜਾਪਦਾ। ਕਦੀ ਧੁਨਾਂ ਕਹਿੰਦੀਆਂ ਨੇ, ਉਹ ਧੁਨਾਂ ਹੀ ਤਾਂ ਸਨ, ਜ਼ਰਾ ਨਜ਼ਰਾਂ ਦੇ ਆਖਰੀ ਸਾਜ਼ ਨੂੰ ਵਜਾ ਕੇ ਤਾਂ ਦੇਖ। ਅੱਜ ਰਾਤ ਦਾ ਪੜਾਅ ਕੁਝ ਇਸ ਤਰ੍ਹਾਂ ਸ਼ੁਰੂ ਹੋਇਆ। ਮਰਦਾਨਿਆਂ, ਰਬਾਬ ਕੋਲ ਹੀ ਹੈ? ਹਾਂ ਬਾਬਾ, ਸਾਜ਼ ਤਾਂ ਕੋਲ ਹੀ ਹੈ। ਤੱਕਣੀਆਂ ਕਿਤੇ ਦੂਰ ਲੰਘ ਗਈਆਂ ਸਨ। ਜਦ ਲੰਘ ਆਈਏ ਤਾਂ ਅੱਗੇ ਜਾਈਏ। ਸਭ ਕੁਝ ਮੂੰਹ 'ਚ ਆਉਣ ਲੱਗ ਪਿਆ ਬਾਬਾ। ਕਿਹਨੂੰ ਛੱਡਾਂ, ਕਿਸ ਤੋਂ ਵਿਛੜਾਂ? ਕਦੇ ਜਦੋਂ ਬਾਬੇ ਦਾ ਹੱਥ ਹਲਕੇ ਜਿਹੇ ਉੱਪਰ ਉੱਠਦਾ ਤਾਂ ਗੁੱਟ ਵਾਲਾ ਘੁੰਗਰੂ ਛਣਕਦਾ। ਥੱਲੇ ਉਤਰਦੀ ਬਾਂਹ ਨਾਲ ਉਹਦੀ ਆਵਾਜ਼ ਬਹੁਤ ਧੀਮੀ ਮੁਲਾਇਮ ਹੋ ਜਾਂਦੀ। ਫਿਰ ਮਰਦਾਨੇ ਨੇ ਮੋਢੇ ਉੱਪਰੋਂ ਰਬਾਬ ਉਤਾਰੀ। ਧੁਨਾਂ ਤੋਂ ਪਹਿਲਾਂ ਉਹਦੇ ਅੰਦਰ ਇੱਕ ਆਵਾਜ਼ ਜੋ ਮੁਲਾਇਮ ਹੋਣ ਲਈ ਗਲੇ ਦੇ ਆਲੇ ਦੁਆਲੇ ਘੁੰਮਦੀ ਸੀ, ਕੱਤਕ ਦੀ ਇਸ ਨਿੱਖਰੀ ਰਾਤ ਥੱਲੇ ਬਾਬੇ ਦੀ ਆਵਾਜ਼ ਨਾਲ ਮਿਲ ਕੇ ਕੁਝ ਇਸ ਤਰ੍ਹਾਂ ਗੂੰਜੀ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ, ਬਿਨ ਗੁਣ ਕਾਮ ਨਾ ਆਵੇ, ਢਹਿ ਢੇਰੀ ਤਨ ਖੇ। ਅੰਗ 11ਵਾਂ। ਜਦੋਂ ਸੁਲਤਾਨਪੁਰ ਪੁੱਜੇ ਤਾਂ ਘੁੱਪ ਹਨੇਰਾ ਸੀ।
ਤੇਜ਼ ਹਵਾ ਚੱਲ ਰਹੀ ਸੀ। ਬਾਹਰ ਕੋਈ ਦੀਵਾ ਮਸ਼ਾਲ ਨਹੀਂ ਸੀ ਬਲ ਰਿਹਾ। ਉਹ ਸੁਲਤਾਨਪੁਰ ਦੇ ਪਿਛਲੇ ਪਾਸਿਓਂ ਅੰਦਰ ਆਏ। ਮਰਦਾਨੇ ਨੂੰ ਹਾਲੇ ਤੱਕ ਕੋਈ ਪਛਾਣ ਨਹੀਂ ਸੀ ਦਿਸੀ। ਇੱਕ ਦਰਵਾਜ਼ੇ ਅੱਗੇ ਆ ਕੇ ਬਾਬੇ ਨੇ ਬੂਹਾ ਖੜਕਾਉਣ ਲਈ ਇਸ਼ਾਰਾ ਕੀਤਾ। ਮਰਦਾਨਾ ਜਾਣਦਾ ਸੀ ਕਿਸੇ ਅਣਜਾਣ ਦਰਵਾਜ਼ੇ ਨੂੰ ਹਨੇਰੇ 'ਚ ਕਿੰਨੀ ਡੂੰਘੀ ਠੱਕ-ਠੱਕ ਨਾਲ ਸਰ ਜਾਏਗਾ। ਅੰਦਰੋਂ ਤਾਂ ਕੋਈ ਆਵਾਜ਼ ਨਾ ਆਈ, ਪਰ ਗੁਆਂਢੀ ਘਰੋਂ ਕਿਸੇ ਤੀਵੀਂ ਦੀ ਮੋਟੀ ਆਵਾਜ਼ ਸੁਣੀ। ਭਾਈ, ਤੁਹਾਡੇ ਦਰ ਉੱਤੇ 2 ਫਕੀਰ ਖੜੇ ਨੇ। ਦਰਵਾਜ਼ਾ ਖੁੱਲ੍ਹਦੀ ਸਾਰ ਮਰਦਾਨੇ ਨੇ ਜਾਣੀ ਪਛਾਣੀ ਆਵਾਜ਼ ਸੁਣੀ। ਹਾਏ ਰੱਬਾ, ਮੇਰੇ ਵੀਰ, ਮੇਰੇ ਦਰ ਉੱਤੇ ਵੀ ਫਕੀਰਾਂ ਵਾਂਗ ਖੜੇ ਨੇ। ਬੀਬੀ ਨਾਨਕੀ ਨੇ ਦੋਵਾਂ ਦੇ ਮੋਢਿਆਂ ਉੱਤੇ ਇੱਕ ਹੱਥ ਰੱਖਿਆ। ਪਿੱਛੇ ਖਲੋਤੇ ਬਾਬੇ ਉੱਤੇ ਪੂਰਾ ਹੱਥ ਟਿਕ ਜਾਏ। ਮਰਦਾਨਾ ਅੱਧੇ ਕਦਮ ਪਿੱਛੇ ਵੱਲ ਪੁੱਟਿਆ। ਖੁੱਲ੍ਹੀ ਦਲਾਨ 'ਚ ਬਲਦੇ ਵੱਡੇ ਦੀਵੇ ਦੇ ਚਾਨਣ 'ਚ ਭੈਣ ਨੇ ਛੋਟੇ ਵੀਰ ਵੱਲ ਗੌਰ ਨਾਲ ਵੇਖਿਆ। ਉੱਚਾ ਲੰਮਾ ਕੱਦ, ਕਾਲੀ ਸਿਆਹ ਦਾੜੀ, ਗਿੱਟਿਆਂ ਤੱਕ ਭਗਵੇਂ ਚੋਗੇ ਉੱਪਰ ਤਾਜ਼ੀ ਮਿੱਟੀ ਦੀ ਧੂੜ। ਸੱਜੇ ਖੱਬੇ ਜਿੱਥੇ ਵੀ ਕੋਈ ਆਕਾਰ ਛੂਹਿਆ ਉਹਦੀਆਂ ਨਿਸ਼ਾਨੀਆਂ। ਉਹਨੇ ਆਪਣਾ ਕਾਸਾ ਚਾਦਰ 'ਚ ਲਪੇਟੇ ਕਾਗਜ਼ ਗਲ ਤੇ ਹੱਥ 'ਚ ਪਾਈਆਂ ਮਾਲਾ ਇੱਕ ਇੱਕ ਕਰਕੇ ਥੱਲੇ ਰੱਖ ਦਿੱਤੀਆਂ। ਵਿਹਲੇ ਹੱਥਾਂ ਨਾਲ ਭੈਣ ਦੇ ਗੋਡਿਆਂ ਵੱਲ ਝੁਕਿਆ। ਨਹੀਂ ਵੀਰ, ਹੁਣ ਤੂੰ ਵੱਡਾ ਹੋ ਗਿਆ ਹੈ। ਉਹਦੇ ਦੋਵੇਂ ਹੱਥਾਂ ਨੂੰ ਘੁੱਟਦੀ ਨਾਨਕੀ ਅੱਖਾਂ ਭਰ ਆਈ। ਘਰ 'ਚ ਚਹਿਲ ਪਹਿਲ ਹੋ ਗਈ ਸੀ। ਕਿਲ੍ਹੇ 'ਚ ਜੈਰਾਮ ਨੂੰ ਸੁਨੇਹਾ ਭੇਜ ਦਿੱਤਾ ਸੀ। ਦੇਰ ਤੱਕ ਭੈਣ ਤੇ ਵੀਰ ਪੁਰਾਣੀਆਂ ਲਾਡ ਲਡਾਉਂਦੀਆਂ ਗੱਲਾਂ ਕਰਦੇ ਰਹੇ। ਨੀਂਦ ਦੇ ਅਖੀਰਲੇ ਝੂਟੇ ਤੋਂ ਪਹਿਲਾਂ ਉਹਨੂੰ ਆਖਰੀ ਵਾਰ ਨਾਨਕੀ ਦੀ ਆਵਾਜ਼ ਸੁਣੀ ਸੀ। ਵੱਡੇ ਵੀਰ, ਮਰਦਾਨੇ ਨੇ ਤੇਰਾ ਕਦੇ ਸਾਥ ਨਹੀਂ ਛੱਡਿਆ। ਖੂਹ ਹਾਲੇ ਜਾਗੇ ਨਹੀਂ ਸਨ ਜਦੋਂ ਉਹਨਾਂ ਸੁਲਤਾਨਪੁਰ ਛੱਡਿਆ। ਸਿਰਫ 2 ਦਿਨ ਵਿੱਚ ਹੀ ਸੁਲਤਾਨਪੁਰ ਦੇ ਆਲੇ ਦੁਆਲੇ ਖਬਰ ਫੈਲ ਗਈ ਸੀ। ਉਹ ਮੋਦੀਖਾਨੇ ਵਾਲਾ ਫਕੀਰ ਫੇਰ ਆ ਗਿਆ। ਬੀਬੀ ਦੱਸਦੀ ਸੀ ਇੱਕ ਦਿਨ ਭੈਰੋ ਆਣੇ ਵਾਲਾ ਫਿਰੰਦਾ ਵੀ ਆਇਆ ਸੀ। ਪੁੱਛਦਾ ਸੀ, ਮੇਰਾ ਸਾਜ਼ ਵੱਜਦਾ ਹੈ? ਬੀਬੀ, ਤੂੰ ਕੀ ਕਿਹਾ? ਜਦੋਂ ਤੱਕ ਮੇਰੇ ਵੀਰਾਂ ਨਾਲ ਘੁੰਮਦਾ ਹੈ ਉਹਨੂੰ ਵੱਜਣਾ ਹੀ ਪੈਣਾ। ਅੱਜ ਤੁਰਨ ਤੋਂ ਪਹਿਲਾਂ ਬੀਬੀ ਨੇ ਦੋਵਾਂ ਲਈ 2-2 ਨਵੇਂ ਚੋਗੇ ਦਿੱਤੇ। ਵੱਡੇ ਵੀਰ, ਵੇਖਦਾ ਰੰਗ ਪਸੰਦ ਹੈ? ਉਹਨੇ ਦੀਵੇ ਦੀ ਲੋ ਅੱਗੇ ਗੂੜਾ ਹਰਾ ਰੰਗ ਅੱਗੇ ਕੀਤਾ। ਮਰਦਾਨੇ ਨੂੰ ਪਤਾ ਸੀ ਹੁਣ ਕੁਝ ਨਹੀਂ ਬੋਲ ਹੋਣਾ। ਆਪਣਾ ਸਮਾਨ ਸਮੇਟਣ ਲਈ ਉਹਨੇ ਕਰਮੰਡਲ ਦੇ ਸਹਾਰੇ ਖੜੀ ਰਬਾਬ ਵੱਲ ਵੇਖਿਆ। ਅੱਜ ਦੇ ਦਿਨ ਦੀਆਂ ਰੋਟੀਆਂ ਨੂੰ ਤਹਿ ਮਾਰਦੀ ਉਹ ਬਾਹਰੋਂ ਆਈ ਟਹਿਲਣ ਕੋਲੋਂ ਤਾਜ਼ੇ ਪਾਣੀ ਦੀ ਬਾਲਟੀ ਵੱਲ ਗਈ। ਬਾਬੇ ਦੇ ਕਾਸੇ ਕੋਲ ਪਈ ਸਿਆਹੀ ਦੀ ਦੁਆ 'ਚ ਉਹਨੇ ਕੁਝ ਬੂੰਦਾਂ ਤਾਜ਼ੇ ਪਾਣੀ ਦੀਆਂ ਪਾਈਆਂ। ਜੇ ਬਾਬਾ ਵੇਖਦਾ ਉਹਨੇ ਬਹੁਤ ਖੁਸ਼ ਹੋਣਾ ਸੀ। ਉਹ ਇੰਨਾ ਹੀ ਕਹਿ ਸਕਿਆ, ਪਰ ਬਾਬਾ ਤਾਂ ਅੱਜ ਵੱਡੇ ਤੜਕੇ ਤੋਂ ਆਏ 2 ਫਕੀਰਾਂ ਕੋਲ ਬੈਠਾ ਸੀ। ਉਹ ਬੜੀ ਹੌਲੀ-ਹੌਲੀ ਕੁਝ ਪੁੱਛਦੇ। ਬਾਬਾ ਇੱਕ ਵਾਰ ਉਹਨਾਂ ਵੱਲ ਵੇਖਦਾ, ਉਹ ਅਗਲੀ ਗੱਲ ਪੁੱਛਦੇ। ਇਸ ਮਿਲਣੀ ਦਾ ਮਨੋਰਥ ਕੁਝ ਅਲੱਗ ਹੀ ਦਿਸ ਰਿਹਾ ਸੀ। ਗੱਲਬਾਤ ਤੋਂ ਜਾਪਦਾ ਸੀ ਉਹ ਸਿਰਫ ਬਾਬੇ ਲਈ ਕੁਝ ਬੋਲ ਰਹੇ ਸਨ, ਤੇ ਜਦੋਂ ਘਰੋਂ ਵਾਪਸ ਗਏ ਤਾਂ ਦਰਵਾਜ਼ੇ ਵੱਲ ਪਿੱਠ ਕਰਦੇ ਬਾਬੇ ਨੂੰ ਵੇਖਦੇ ਚੁੱਪਚਾਪ ਚਲੇ ਗਏ। ਕੱਤਕ ਦੇ ਦਿਨ ਸਨ। ਚੌਮਾਸਾ ਚੱਲ ਰਿਹਾ ਸੀ। ਖੇਤਾਂ ਨੂੰ ਜਾਂਦੇ ਰਸਤਿਆਂ 'ਚ ਰੌਣਕ ਸੀ। ਦੂਰ ਤੱਕ ਵੱਤਰ ਖੇਤਾਂ 'ਚ ਸੁਹਾਗੀ ਹੋਈ ਮਿੱਟੀ ਬੀਜਾਂ ਦੀ ਉਡੀਕ ਕਰ ਰਹੀ ਸੀ। ਖੇਤਾਂ 'ਚ ਬਲਦਾਂ ਦੀਆਂ ਜੋੜੀਆਂ, ਪਿੱਛੇ ਤੁਰਦੇ ਕਿਸਾਨ ਇੱਕ ਇੱਕ ਦਾਣਾ ਟੋਹ ਕੇ ਕੇਰਦੇ ਦਿਸਦੇ। ਚੜ੍ਹਦੀ ਧੁੱਪ ਨਾਲ ਕਿਸੇ ਖੇਤ ਦੀਆਂ ਤੂਣਾਂ ਚਮਕਦੀਆਂ। ਧਰਤੀ 'ਚੋਂ ਨਿਕਲੀਆਂ ਤਾਜ਼ੀਆਂ ਸੋਝੀਆਂ ਨੂੰ ਕਿਸੇ ਤਰ੍ਹਾਂ ਰਬਾਬ ਉੱਪਰ ਉਤਾਰਨ ਨੂੰ ਜੀ ਕੀਤਾ। ਜਿੰਨੀਆਂ ਤੂਣਾਂ ਉਨੀਆਂ ਸੋਝੀਆਂ। ਕਿਸ ਰਾਗ ਨੂੰ ਲੋਕ ਰੰਗ 'ਚ ਉਤਾਰਾਂ। ਇਹ ਮਰਦਾਨੇ ਦੀ ਅੱਜ ਦੇ ਦਿਨ ਦੀ ਮੋਹ ਲੈਣ ਵਾਲੀ ਸ਼ੁਰੂਆਤ ਸੀ। ਅੱਗੇ ਚੱਲਦਾ ਬਾਬਾ ਮਿਲੇ ਹਾਲੀਆਂ ਨਾਲ ਗੱਲਾਂ ਕਰਦਾ ਜਾ ਰਿਹਾ ਸੀ। ਉਹਦੀ ਪੰਜਾਲੀ ਉੱਤੇ ਬੰਨੀ ਤਾਜ਼ੀ ਖੰਮਣੀ ਨਾਲ ਬੰਨਿਆ ਗੁੜ ਦੱਸਦਾ ਸੀ ਕਿ ਅੱਜ ਹੀ ਬਿਜਾਈ ਸ਼ੁਰੂ ਕਰਨ ਜਾ ਰਿਹਾ। ਫਕੀਰੋ, ਪਿੱਛੋਂ ਜ਼ਿਮੀਂਦਾਰ ਲੱਗਦੇ ਹੋ? ਕਿਸਾਨ ਬਾਬੇ ਨੂੰ ਪੁੱਛ ਰਿਹਾ ਸੀ। ਦੋਵੇਂ ਖੇਤੀ ਦੀਆਂ ਬਹੁਤ ਹੀ ਸਾਦੀਆਂ ਗੱਲਾਂ ਕਰਦੇ ਤੁਰੇ ਜਾ ਰਹੇ ਸਨ। ਅਜਿਹੇ ਵੇਲੇ ਮਰਦਾਨੇ ਨੂੰ ਕਈ ਵਾਰ ਭੁਲੇਖੇ ਪੈਂਦੇ, ਕਿਤੇ ਉਹ ਤਲਵੰਡੀ ਆਪਣੇ ਪਿੰਡ 'ਚ ਤਾਂ ਨਹੀਂ ਤੁਰਿਆ ਜਾ ਰਿਹਾ। ਅਕਸਰ ਪਿੰਡਾਂ ਨੂੰ ਵੇਖਦੇ ਲੱਗਦਾ ਜਿਵੇਂ ਹਰ ਪਿੰਡ ਦਾ ਕੁਝ ਹਿੱਸਾ ਤਾਂ ਤਲਵੰਡੀ ਵਰਗਾ ਹੁੰਦਾ ਹੀ ਹੈ। ਹਾਲੀ ਆਪਣੇ ਖੇਤ ਦੇ ਰਾਹ ਪੈ ਚੁੱਕਾ ਸੀ। ਰਾਹਾਂ 'ਚ ਬਲਦਾਂ ਤੇ ਹਾਲੀਆਂ ਦੀਆਂ ਤਾਜ਼ੀਆਂ ਪੈੜਾਂ ਉੱਪਰ ਤੁਰਦਾ ਬਾਬਾ ਖੇਤਾਂ 'ਚ ਪੁੱਜੀਆਂ ਰੌਣਕਾਂ ਨੂੰ ਵੇਖਦਾ ਲੰਘ ਰਿਹਾ ਸੀ। ਕਦੇ ਕਾਸੇ 'ਚ ਕੁਝ ਖੜਕਦਾ। ਅੱਜ ਸਵੇਰੇ ਬੀਬੀ ਨਾਨਕੀ ਨੇ ਦੋਵਾਂ ਦੇ ਕਾਸਿਆਂ 'ਚ ਇੱਕ ਛੋਟਾ ਬਰਤਨ ਪਾ ਦਿੱਤਾ ਸੀ। ਕਦੇ ਕਾਸਿਆਂ 'ਚੋਂ ਕੱਢ ਇਹਦੇ 'ਚ ਵੀ ਖਾ ਲਿਆ ਕਰੋ। ਅੱਜ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸੁਲਤਾਨਪੁਰ ਤੋਂ 2 ਕੋਹ ਵਾਟ ਤੇ ਮਲਸੀਹੇ ਪਹੁੰਚੇ। ਭਗੀਰਥ ਕੋਲ ਸਿਰਫ ਪਾਣੀ ਪੀਤਾ। ਭਗੀਰਥ ਨੇ ਕਿਹਾ ਤਾਂ ਕੁਝ ਵੀ ਨਹੀਂ, ਪਰ ਵਿਦਾ ਹੋਣ ਤੱਕ ਉਹਦੇ ਦੋਵੇਂ ਹੱਥ ਜੁੜੇ ਰਹੇ। ਉਹ ਸ਼ਾਇਦ ਕੁਝ ਦੇਰ ਹੋਰ ਰੁਕਣ ਲਈ ਕਹਿ ਰਿਹਾ ਸੀ। ਬਾਬਾ ਤਾਂ ਅੱਜ ਚੜ੍ਹਦੇ ਸੂਰਜ ਨਾਲ ਬੀਜ ਹੁੰਦੇ ਖੇਤਾਂ ਨੂੰ ਵੇਖਣਾ ਚਾਹੁੰਦਾ ਸੀ। ਅੱਗੋਂ ਹੋਰ ਵੀ ਖੁੱਲ੍ਹੇ ਮੈਦਾਨ ਆ ਗਏ ਸਨ। ਘੋੜਿਆਂ ਉੱਪਰ ਚੜ੍ਹੇ ਬੰਦੇ ਬਿਜਾਈ ਦੀ ਨਿਗਰਾਨੀ ਕਰਦੇ ਦਿਸੇ। ਤਖਾਣਾ ਲੁਹਾਰਾਂ ਨੇ ਆਪਣੇ ਅੱਡੇ ਖੇਤਾਂ ਦੇ ਨੇੜੇ ਲਾ ਲਏ ਸਨ।
ਜਦ ਵੀ ਕੋਈ ਕਾਰੀਗਰ ਦਿਸਦਾ ਮਰਦਾਨੇ ਨੂੰ ਲਾਲੋ ਚੇਤੇ ਆ ਜਾਂਦਾ। ਹੁਣੇ ਕੁਛ ਦੇਰ ਪਹਿਲਾਂ ਸਾਧਾਂ ਦੀ ਇੱਕ ਟੋਲੀ ਅੱਗੇ ਦੂਰ ਤੱਕ ਖੇਤ ਵੇਖ ਕੇ ਇੱਕ ਵਣੀ ਵਲ ਜਾਂਦੀ ਪੱਗ ਡੰਡੀ ਨੂੰ ਪੈ ਗਏ। ਟੋਲੀ 'ਚ ਜਾਂਦੀ ਵਾਰ ਕਿਸੇ ਨੇ ਕਿਹਾ ਸੀ, ਮਾਂ ਪਿਓ ਪੁੱਤ ਤੋਂ ਇੰਨਾ ਡਾਕੂ ਬਣਨ ਤੋਂ ਨਹੀਂ ਜਿੰਨਾ ਫਕੀਰ ਬਣਨ ਤੋਂ ਡਰਦੇ ਨੇ। ਮਰਦਾਨੇ ਨੇ ਮੁੜ ਕੇ ਵੇਖਿਆ ਜ਼ਰੂਰ ਸੀ, ਪਰ ਟੋਲੀ ਇਸ ਗੱਲ 'ਤੇ ਹੱਸਦੀ ਕੋਈ ਸਵਾਲ ਸੁਣਨ ਦੀ ਅਵਸਥਾ 'ਚ ਨਹੀਂ ਸੀ। ਅੱਗੇ ਖੇਤ ਛੋਟੇ ਹੋ ਗਏ ਸਨ, ਬਲਦਾਂ ਦੀਆਂ ਜੋੜੀਆਂ ਵੀ ਕੁਝ ਲਿੱਸੀਆਂ ਸਨ। ਖੇਤਾਂ 'ਚ ਤੁਰਦੇ ਕਿਸਾਨ ਕਿਸੇ ਦੁਬਿਧਾ 'ਚ ਸਨ। ਗਲਾਂ 'ਚ ਪਈਆਂ ਬੀਜਾਂ ਦੀਆਂ ਝੋਲੀਆਂ ਤੋਂ ਪਤਾ ਤੋਂ ਜਾਪਦਾ ਸੀ ਉਹਨਾਂ ਕੋਲ ਬੀਜਣ ਲਈ ਇੱਕ ਵੀ ਦਾਣਾ ਫਾਲਤੂ ਨਹੀਂ ਸੀ। ਅੱਗੇ ਇੱਕ ਛੋਟੇ ਬੀਜੇ ਖੇਤ ਵਿੱਚ ਮਰਦਾਨੇ ਨੇ ਵੇਖਿਆ ਹਲ ਪੰਜਾਲੀ ਸਮੇਤ ਇੱਕ ਜੋੜੀ ਹਾਲੀ ਨੂੰ ਖੜੀ ਉਡੀਕ ਰਹੀ ਸੀ। ਮਰਦਾਨਿਆਂ ਜਾਂ ਪੰਜਾਲੀ ਉਤਾਰ ਦੇ। ਇਸ ਤਰ੍ਹਾਂ ਕੰਮ ਵਾਲਾ ਹੁਕਮ ਉਹਨੇ ਪਹਿਲੀ ਵਾਰ ਬਾਬੇ ਦੇ ਮੂੰਹ ਸੁਣਿਆ। ਜੀ ਤਾਂ ਕੀਤਾ ਬਰਾਬਰ ਹੋ ਕੇ ਉਹਦੇ ਚਿਹਰੇ ਨੂੰ ਵੇਖਾਂ, ਪਰ ਉਹ ਤੋਂ ਪਹਿਲਾਂ ਉਹਨੂੰ ਇੱਕ ਹੋਰ ਫੁਰਨਾ ਫੁਰਿਆ। ਬਾਬਾ, ਜੇ ਮਰਾਸੀ ਸਮਝ ਕੇ ਟੱਕਰ ਮਾਰੀ, ਖਾਲੀ ਹੱਥ ਜਾ। ਪਿੱਛੇ ਘੁੰਮਦਾ ਬਾਬੇ ਦਾ ਚਿਹਰਾ ਸੱਚਮੁੱਚ ਮੁਸਕਰਾ ਰਿਹਾ ਸੀ। ਇਸ ਤਰ੍ਹਾਂ ਪਲਟ ਕੇ ਮੁਸਕਰਾਉਂਦਾ ਚਿਹਰਾ ਵੇਖਣ ਲਈ ਤਾਂ ਕਈ ਵਾਰੀ ਮਹੀਨੇ ਲੰਘ ਜਾਂਦੇ ਸਨ। ਵਾਪਸ ਮੁੜ ਕੇ ਉਹਨੇ ਬਾਬੇ ਕੋਲੋਂ ਰਬਾਬ ਨਹੀਂ ਫੜੀ। ਉਹ ਬਿਲਕੁਲ ਖਾਲੀ ਹੱਥ ਚੁਫੇਰੇ ਬੀਜਾਂ ਨੂੰ ਤਰਸਦੀ ਧਰਤੀ ਉੱਤੇ ਜਿੱਧਰ ਵੱਲ ਬਾਬਾ ਵੇਖਦਾ ਉੱਧਰ ਹੀ ਆਪ ਵੇਖਣ ਲੱਗ ਪੈਂਦਾ। ਜੀ ਤਾਂ ਕਰਦਾ ਸੀ ਸਾਜ਼ ਵੀ ਬਾਬਾ ਵਜਾਵੇ ਤੇ ਅਲਾਪ ਵੀ ਆਪ ਹੀ ਛੇੜੇ। ਦੋਵਾਂ ਦਾ ਸੰਗਮ ਇਕੱਠਾ ਸੁਣੇ, ਜਿਵੇਂ ਧਰਤੀ ਤੇ ਬੀਜ ਦਾ ਸੰਗਮ ਚੁੱਪ-ਚੁਪੀਤੇ ਮਿੱਟੀ ਦੀਆਂ ਤਹਿਆਂ ਨੂੰ ਸੁਣਦਾ ਹੈ। ਉਹ ਸਭ ਰੌਣਕਾਂ ਵਾਲੇ ਖੇਤਾਂ ਵਿੱਚ ਦੀ ਲੰਘਦੇ ਗਏ, ਪਰਛਾਵੇਂ ਲੰਬੇ ਹੋ ਕੇ ਵਾਪਸ ਆਪਣੀ ਜਗ੍ਹਾ ਪਰਤਣ ਲੱਗੇ। ਇੱਕ ਇਕੱਲਾ ਹਾਲੀ ਪਹਿਲਾਂ ਇੱਕ ਹਲਾਈ ਵਗਲਦਾ, ਫਿਰ ਆਪ ਹੀ ਕੇਰਦਾ ਆਲੇ ਦੁਆਲੇ ਤੋਂ ਬੇਖਬਰ ਖੇਤ ਵਿੱਚ ਮਗਨ ਦਿਸਿਆ। ਬਾਬੇ ਨੇ ਵਾਪਸ ਰਬਾਬ ਮਰਦਾਨੇ ਵੱਲ ਸਰਕਾਈ। ਜਿਸ ਵੱਟ ਤੇ ਉਹ ਖੜੇ ਸਨ ਉਹਦੇ ਕੋਲੋਂ ਦੀ ਇੱਕ ਪੱਗ ਡੰਡੀ ਵੀ ਲੰਘ ਰਹੀ ਸੀ। ਇੱਕ ਪੈਰ ਦੀ ਲੰਬੀ ਤੋਰ ਦਾ ਥੱਕਿਆ ਮਰਦਾਨਾ ਵੱਟ ਤੇ ਬੈਠ ਗਿਆ। ਬੀਜ ਵਾਲੀ ਝੋਲੀ ਚੁੱਕ ਬਾਬਾ ਪਿੱਛੇ ਪਿੱਛੇ ਕਣਕ ਕੇਰਨ ਲੱਗਾ। ਇੱਕ ਰਵਾਇਤੀ ਹਾਲੀ ਪਿੱਛੇ ਲੰਬੇ ਭਗਵਿਆਂ ਵਾਲਾ ਸਿਆੜ ਵਿੱਚ ਮਗਨ ਤੁਰਦਾ ਦਿਸਿਆ। ਹਾਲੀ ਤੇ ਬਾਬਾ ਤਾਂ ਗੱਲਾਂ 'ਚ ਪੈ ਗਏ। ਕਿਸੇ ਪੁਰਾਣੀ ਜਾਣ ਪਛਾਣ ਵਾਂਗ ਬਲਦਾਂ ਦੀ ਤੋਰ ਤੇ ਦਾਣਿਆਂ ਦੇ ਡਿੱਗਣ ਦਾ ਸੰਪਰਕ ਵੀ ਬਣ ਗਿਆ ਸੀ। ਪਿੰਡ 'ਚ ਪੂਰੇ ਜੀ ਤਾਂ ਕਿਸੇ ਵੀ ਘਰ 'ਚ ਨਹੀਂ ਹੋਣੇ। ਫਿਰ ਉਹਨੇ ਸਿੱਧਾ ਸਿਆੜ ਰੱਖਣ ਲਈ ਉੱਪਰਲੇ ਬਲਦ ਨੂੰ ਛੇੜਿਆ, ਪਰ ਮੈਂ ਇਕੱਲਾ ਹੀ ਰਹਿ ਗਿਆ। ਇਕੱਲੇ ਨੂੰ ਹੀ ਵਾਹੁਣ ਬੀਜਣ ਦੀ ਆਦਤ ਵੀ ਪੈ ਗਈ ਏ। ਹਲਾਈ ਵਗਲ ਕੇ ਉਹਨੇ ਅਗਲੀ ਗੱਲ ਕੀਤੀ, 2 ਹੱਥ ਤੋਂ ਉੱਚਾ ਅੰਨ ਘਰ ਵਿੱਚ ਛੱਡਦੇ ਹੀ ਨਹੀਂ, ਜ਼ਿਆਦਾ ਉਗਾ ਕੇ ਵੀ ਕੀ ਕਰਨਾ ਹੈ। ਮਰਦਾਨੇ ਨੇ ਵੇਖਿਆ ਸਿਆੜਾਂ ਦੇ ਘੇਰੇ ਨੇੜੇ ਆਉਂਦੇ ਜਾ ਰਹੇ ਨੇ। ਹਲਾਈਆਂ ਦੇ ਵਗਲ ਆਪਣੇ ਅੰਦਰਲੇ ਪਾੜਿਆਂ ਨੂੰ ਸਮੇਟਦੇ ਜਾ ਰਹੇ ਸਨ। ਕੋਲੋਂ ਲੰਘਦੇ ਰਾਹੀ ਖੇਤ ਵਿੱਚ ਇਸ ਅਨੋਖੇ ਤਾਲਮੇਲ ਵੱਲ ਹੈਰਾਨੀ ਨਾਲ ਵੇਖਦੇ ਕੁਝ ਕਹਿਣ ਲੱਗਦੇ। ਉਹਨਾਂ ਦੀ ਹਾਸੀ ਨਿਕਲ ਜਾਂਦੀ। ਆਹ ਤਾਂ ਹੱਦ ਹੋ ਗਈ। ਹਲਾਈ ਪਿੱਛੇ ਕੇਰਦਾ ਬਾਬਾ ਜਦ ਮਰਦਾਨੇ ਕੋਲੋਂ ਲੰਘਦਾ, ਉਹ ਰਬਾਬ ਦੀ ਟੁਣਕਾਰ ਸੁਣਾ ਦਿੰਦਾ। ਕੋਲੋਂ ਲੰਘਦਾ ਇੱਕ ਹੋਰ ਸਾਧਾਂ ਦਾ ਟੋਲਾ ਕੁਝ ਦੇਰ ਤਾਂ ਵੱਟ ਉੱਤੇ ਖੜਾ ਵੇਖਦਾ ਰਿਹਾ, ਫਿਰ ਮਿੱਟੀ ਦੇ ਦਾਣਿਆਂ ਦੀ ਧੁੰਨ 'ਚ ਮਗਨ ਭਗਵਾਨ ਜ਼ਿਆਦਾ ਦੇਰ ਨਾ ਵੇਖ ਹੋਇਆ। ਘਰਾਂ ਤੋਂ ਬੇਘਰ ਵੱਲ ਤੁਰਦੀ ਇੱਕ ਫਕੀਰੀ, ਇਹ ਫਕੀਰੀ ਕਿੱਥੇ ਅਟਕ ਗਈ ਏ। ਖੇਤਾਂ ਨੂੰ ਨਿੰਦਦੇ ਸਾਧ ਪਿੰਡ ਵੱਲ ਗਜਾ ਕਰਨ ਲਈ ਚਲੇ ਗਏ। ਖੇਤਾਂ ਉੱਤੇ ਕੱਤਕ ਦੀ ਚਾਨਣੀ ਰਾਤ ਉੱਤਰ ਆਈ ਸੀ। ਉਦਾਸ ਹਾਲੀ ਆਪਣੇ ਘਰ ਜਾਣ ਲਈ ਮਨਾਉਂਦਾ ਵਾਪਸ ਚਲਾ ਗਿਆ। ਅੱਜ ਦੀ ਗਜਾ ਦੀ ਵੀ ਲੋੜ ਨਹੀਂ ਸੀ। ਨਾਨਕੀ ਨੇ ਇੱਕ ਦਿਨ ਦੀ ਰੋਟੀ ਬੰਨ੍ਹ ਦਿੱਤੀ ਸੀ। ਮਰਦਾਨੇ ਨੇ ਅੱਜ ਰਬਾਬ ਉੱਤੇ ਭੁੱਲੀਆਂ ਵਿਸਰੀਆਂ ਲੋਕ ਧੁਨਾਂ ਛੇੜੀਆਂ। ਜਦੋਂ ਤੱਕ ਚੰਨ ਸਿੱਧਾ ਸਿਰ ਉੱਪਰ ਨਾ ਆਇਆ, ਉਹ ਆਮੋ ਸਾਹਮਣੇ ਬੈਠੇ ਗਾਉਂਦੇ ਰਹੇ। ਜਦੋਂ ਤੱਕ ਨੇੜੇ ਪਿੰਡ 'ਚੋਂ ਆਵਾਜ਼ਾਂ ਆਉਣੀਆਂ ਬੰਦ ਨਾ ਹੋਈਆਂ, ਉਹਨਾਂ ਦੇ ਚੁਫੇਰੇ ਅੱਜ ਦੀ ਰਾਤ ਬੀਜੀ ਹੋਈ ਜਾਗਦੀ ਮਿੱਟੀ ਵਿਛੀ ਹੋਈ ਸੀ। ਛਾਤੀ ਭਾਰ ਹੋਈ ਅਸਮਾਨ ਦੀ ਚਾਨਣੀ ਤਾਜ਼ੇ ਬੀਜੇ ਖੇਤਾਂ ਨੂੰ ਮਾਵਾਂ ਵਾਂਗ ਨਿੱਘ ਦੇ ਰਹੀ ਸੀ। ਕਦੇ-ਕਦੇ ਹਵਾ ਬੁੱਲੇ ਨਾਲ ਠਾਰੀ ਲਾ ਕੇ ਆਉਂਦੀ। ਅਜਿਹੇ ਵੇਲੇ ਤਾਂ ਜਾਪਦਾ ਹੀ ਨਹੀਂ ਸੀ ਕਿ ਨੀਂਦ ਨਹੀਂ ਆ ਰਹੀ। ਕੋਲ ਹੀ ਰੋਟੀ ਖਾਣ ਤੋਂ ਬਾਅਦ ਦੋਵੇਂ ਕਾਸੇ ਪਏ ਸਨ। ਨਾਨਕੀ ਵੱਲੋਂ ਦਿੱਤੀਆਂ ਦੋਵੇਂ ਕਟੋਰੀਆਂ ਪਈਆਂ ਸਨ। ਰਬਾਬ ਨਾਲ ਕਾਗਜ਼ਾਂ ਦਾ ਲਿਪਟਿਆ ਥੱਬਾ ਪਿਆ ਸੀ। ਲੱਗਦਾ ਸੀ ਘਰ ਦੇ ਜੀਆਂ ਨੇ ਹਾਲੇ ਸਮਾਨ ਸਮੇਟਣਾ। ਕੋਲ ਹੀ ਬਾਬਾ ਸਿੱਧਾ ਪਿਆ ਸੀ। ਉਹ ਅਸਮਾਨ ਵੱਲ ਵੇਖ ਰਿਹਾ ਸੀ। ਉੱਪਰ ਵੇਖਦਿਆਂ ਵੇਖਦਿਆਂ ਮਰਦਾਨੇ ਨੂੰ ਵੀ ਨੀਂਦ ਆ ਗਈ। ਅੱਜ ਦੀ ਰਾਤ ਦੀ ਨੀਂਦ ਬੜੀ ਕੋਮਲ ਸੀ। ਮਰਦਾਨੇ ਦੀ ਜਾਗ ਬੜੀ ਨਿਮਰਤਾ ਨਾਲ ਖੁੱਲ੍ਹੀ। ਇੱਕ ਪੰਛੀ ਸਵੇਰ ਵੇਖ ਰਿਹਾ ਸੀ, ਫਿਰ ਕੱਤਕ ਦੇ ਧੋਤੇ ਅਸਮਾਨ 'ਚ ਉੱਡ ਗਿਆ। ਇਹ ਅਸਮਾਨੀ ਵੇਲ ਉੱਡਦੇ ਪੰਛੀਆਂ ਨੂੰ ਕਿੰਨਾ ਸੋਹਣਾ ਵਿਖਾ ਰਿਹਾ ਸੀ। ਫਿਰ ਉਹਨੇ ਰਾਤ ਦੀ ਠਾਰੀ ਉੱਪਰ ਸਵੇਰ ਦੀ ਕੋਸੀ ਧੁੱਪ ਦਾ ਆਨੰਦ ਲੈਂਦਿਆਂ ਖੇਤਾਂ ਵੱਲ ਨਜ਼ਰ ਮਾਰੀ। ਦੂਰ ਬਾਬਾ ਖੇਤਾਂ 'ਚ ਤੁਰਦਾ ਦਿਸ ਰਿਹਾ ਸੀ। ਲੱਗਦਾ ਅੱਜ ਸਾਰੇ ਖੇਤਾਂ ਦੇ ਦੁੱਖ ਸੁੱਖ ਪੁੱਛ ਕੇ ਹੀ ਮੁੜੇਗਾ, ਉਹਨੇ ਆਪਣੇ ਆਪ ਨੂੰ ਕਿਹਾ।
ਉੱਠ ਕੇ ਉਹਦਾ ਵੀ ਜੀਅ ਕੀਤਾ ਕੁਝ ਖੇਤਾਂ ਵਿੱਚ ਦੀ ਲੰਘਾਂ। ਧੁੱਪ 'ਚ ਕਣਕ ਦੀਆਂ ਤੂਣਾਂ ਦੀਆਂ ਨੁਹਾਰਾਂ ਦੇ ਕੱਲ੍ਹ ਵਾਲੇ ਰੰਗ ਗੂੜ੍ਹੇ ਹਰੇ ਹੋ ਗਏ ਸੀ। ਉਹਨੇ ਨਾਨਕੀ ਵੱਲੋਂ ਦਿੱਤੇ ਆਪਣੇ ਚੋਗੇ ਵੱਲ ਨਜ਼ਰ ਮਾਰੀ। ਧੁੱਪ 'ਚ ਉਹਦਾ ਰੰਗ ਵੀ ਗੂੜ੍ਹਾ ਹਰਾ ਦਿਸ ਰਿਹਾ ਸੀ। ਹੁਣ ਬਾਬਾ ਉਹਨੂੰ ਆਪਣੇ ਵੱਲ ਆਉਂਦਾ ਦਿਸਿਆ। ਧੰਨਵਾਦ। ਚੱਲਦਾ।